ਸਵਾਲ ਲਿਖਿਆ ਸੀ। सत श्री अकाल बाबा जी। बाबा जी, जब किसी संसार की यात्रा पूरी हो जाती है, क्या तब भी संसार छोड़ने पर उसे बेचैनी होती है? ਸੰਸਾਰ ਦੀ ਯਾਤਰਾ ਇੱਕ ਤਾਂ ਪੂਰੀ ਹੁੰਦੀ ਹੈ ਸਰੀਰ ਕਰਕੇ, ਤੇ ਸਰੀਰ ਕਰਕੇ ਜਿਹਦੀ ਯਾਤਰਾ ਪੂਰੀ ਹੁੰਦੀ ਹੈ ਸੰਸਾਰ ਦੇ ਵਿੱਚ, ਉਹਨੂੰ ਬੇਚੈਨੀ ਥੋੜੀ ਨਹੀਂ ਹੁੰਦੀ ਹੈ, ਬਹੁਤ ਹੁੰਦੀ ਹੈ। ਬਹੁਤ ਜ਼ਿਆਦਾ ਤੜਫਦਾ ਹੈ ਆਦਮੀ। क्योंकि शरीर की यात्रा पूरी हो गई, पर संसार दे नाल लगाव है, मन की यात्रा पूरी नहीं हुई। शरीर की तो पूरी हो गई, पर मन की यात्रा नहीं ना पूरी हुई। मन दीयां वाशनावां, कामनावां, इच्छावां, चाहतां रह गईयां। संसार दे नाल संबंध रह गया, मोह ममता रह गई, ते आदमी छड्डणों डरदा है। फिर शरीर ही सब कुछ समझिया सी। तुसीं शरीर नूं ही अपना आप समझदे हो ना, ते जदों यात्रा पूरी होवेगी, इसे कारण लोग बुढ़ापे तो डरते हैं। बुढ़ापे तो अगे मौत है। तो शरीर नूं ही जदों सारा कुछ समझोगे, तो शरीर दी यात्रा पूरी होवेगी। होवेगी ही, हर एक दी हुंदी है। शरीर ते नाशवान है ही, जावेगा ही मौत वाल। जो भी इस धरती ते पैदा हुंदा है, ਉਹ ਹੀ ਮੌਤ ਵੱਲ ਨੂੰ ਜਾ ਰਿਹਾ ਹੈ। ਯਾਤਰਾ ਪੂਰੀ ਕਰ ਰਿਹਾ ਹੈ, ਹਰ ਵਕਤ ਹੀ ਕਰ ਰਹੇ ਹੋ। ਤੁਸੀਂ ਯਾਤਰਾ 'ਚ ਹੀ ਹੋ, ਸਮਾਂ ਬੀਤ ਰਿਹਾ ਹੈ, ਮੌਤ ਵੱਲ ਨੂੰ ਜਾ ਰਹੇ ਹੋ, ਤੇ ਪਤਾ ਨਹੀਂ ਕਿਹੜੇ ਵੇਲੇ ਆ ਜਾਵੇ, ਤਾਂ ਉਦੋਂ ਬਹੁਤ ਹੀ ਤੜਫੋਗੇ। ਫਿਰ ਜਿਹੜੀ ਮਨ ਦੀ ਯਾਤਰਾ ਹੈ, ਇਹ ਪੂਰੀ ਹੁੰਦੀ ਨਹੀਂ ਹੈ। ਇਹ ਵੀ ਗੱਲ ਖਿਆਲ ਵਿੱਚ ਰੱਖ ਲਓ, ਕਿਉਂਕਿ ਮਨ ਕਦੇ ਵੀ ਤ੍ਰਿਪਤ ਨਹੀਂ ਹੋਵੇਗਾ ਸੰਸਾਰ ਦੇ ਵਿੱਚੋਂ। ਜਿਨ੍ਹਾਂ ਨੂੰ ਸਭ ਕੁਝ ਵੀ ਮਿਲ ਗਿਆ ਸੀ ਨਾ, ਉਹ ਵੀ ਤ੍ਰਿਪਤ ਨਹੀਂ ਹੋਏ। ਉਹਨਾਂ ਨੂੰ ਖਿਆਲ ਨਹੀਂ ਆਇਆ ਵੀ ਚਲੋ ਦੇਖ ਲਿਆ ਸਾਰਾ ਸੰਸਾਰ, ਹੁਣ ਛੱਡੋ, ਯਾਤਰਾ ਪੂਰੀ ਹੋ ਗਈ। ਮਨ ਚੱਲਦਾ ਹੀ ਰਹਿੰਦਾ ਹੈ। ਹੋਰ ਸੁੱਖ, ਹੋਰ ਵਧੀਆ ਜੀਵਨ, ਹੋਰ ਵਧੀਆ ਲਾਈਫ ਚਾਹੁੰਦਾ ਹੈ ਨਾ ਮਨ। ਵਧੀਆ ਢੰਗ ਦੇ ਨਾਲ ਜੀਵ, ਬੁਢੇਪਾ ਵੀ ਚੰਗਾ ਹੋਵੇ, ਵਧੀਆ ਹੋਵੇ, ਆਦਮੀ ਸੋਚਦਾ ਹੀ ਰਹਿੰਦਾ। ਤੇ ਮਨ ਦੀ ਯਾਤਰਾ ਚੱਲਦੀ ਰਹਿੰਦੀ ਹੈ। ਹੁਣ ਸਰੀਰ ਦੀ ਯਾਤਰਾ ਤੇ ਛੇਤੀ ਖਤਮ ਹੋ ਜਾਂਦੀ ਹੈ, ਪਰ ਮਨ ਦੀ ਯਾਤਰਾ ਛੇਤੀ ਖਤਮ ਨਹੀਂ ਹੁੰਦੀ। ਇਹ ਤੇ ਹਜ਼ਾਰਾਂ ਸਾਲ ਤੱਕ ਵੀ ਯਾਤਰਾ ਕਰ ਸਕਦਾ। ਨਵੇਂ ਨਵੇਂ ਸਰੀਰ ਧਾਰਨ ਕਰੀ ਜਾਵੇਗਾ, ਯਾਤਰਾ ਕਰਦਾ ਰਹੇਗਾ। ਤੇ ਹਰ ਸਰੀਰ ਜਦੋਂ ਵੀ ਛੁੱਟੇਗਾ, ਉਦੋਂ ਹੀ ਬੇਚੈਨੀ ਹੋਵੇਗੀ, ਤੜਫ ਹੋਵੇਗੀ। ਫਿਰ ਜਦੋਂ ਪੈਦਾ ਹੁੰਦਾ ਹੈ, ਉਦੋਂ ਵੀ ਤੜਫਦਾ ਹੈ, ਉਦੋਂ ਵੀ ਬੇਚੈਨੀ ਹੁੰਦੀ ਹੈ, ਪਰ ਉਹਦਾ ਤੁਹਾਨੂੰ ਪਤਾ ਨਹੀਂ ਹੈ। ਫਿਰ ਵਿੱਚ ਵੀ ਕਿਹੜੇ ਤੁਸੀਂ ਸੁਖੀ ਹੋ, ਵਿੱਚ ਵੀ ਬੇਚੈਨੀ ਹੋ। ਆ ਲਿਖਿਆ ਵੀ ਹੈ ਨਾ,
ਸਵਾਲ ਦਾ ਜਵਾਬ ਨਾ ਮਿਲਿਆ ਤੇ ਤਾਂ ਬੇਚੈਨ ਹੋ ਜਾਂਦੇ। ਤੇ ਕਿੰਨਾ ਕੁ ਬੇਚੈਨ ਹੋ ਰਹੇ ਹੋਵੋਗੇ, ਕਿਉਂਕਿ ਸੰਸਾਰ ਦੇ ਵਿੱਚ ਬਹੁਤ ਕੁਝ ਨਹੀਂ ਮਿਲ ਰਿਹਾ ਤੁਹਾਨੂੰ, ਤੇ ਸੁਖੀ ਥੋੜ੍ਹੀ ਹੋ, ਬੇਚੈਨੀ ਤੇ ਚੱਲ ਹੀ ਰਹੀ ਹੈ। ਤੇ ਤੀਸਰਾ, ਜੋ ਤੁਹਾਡੇ ਅੰਦਰ ਹੈ ਨਾ, ਉਹਦੀ ਕੋਈ ਯਾਤਰਾ ਨਹੀਂ ਹੈ, ਖਿਆਲ ਵਿੱਚ ਰੱਖੋ। ਜਿਹੜਾ ਸਰੀਰ ਨੂੰ ਚਲਾਉਣ ਵਾਲਾ ਹੈ, ਸੰਸਾਰ ਨੂੰ ਚਲਾਉਣ ਵਾਲਾ ਹੈ, ਉਹਦੀ ਕੋਈ ਯਾਤਰਾ ਨਹੀਂ। ਸਰੀਰ ਦੀ ਯਾਤਰਾ ਹੈ। ਸਰੀਰ ਪੈਦਾ ਹੋਇਆ ਹੈ, ਸੰਸਾਰ ਵਿੱਚ ਜੀਂਦਾ ਹੈ ਜਿੰਨਾ ਚਿਰ ਜੀਵੇਗਾ, ਤੇ ਆਸਤੇ ਆਸਤੇ ਇਹ ਆਪਣੇ ਆਪ ਹੀ ਮੌਤ ਵੱਲ ਨੂੰ, ਆਪਣੇ ਸਰੋਤ ਵੱਲ ਨੂੰ ਕਹਿ ਦਈਏ, ਜਿੱਥੋਂ ਪੈਦਾ ਹੋਇਆ ਉੱਥੇ ਨੂੰ ਜਾਵੇਗਾ। ਮਿੱਟੀ 'ਚੋਂ ਪੈਦਾ ਹੋਇਆ ਮਿੱਟੀ 'ਚ ਮਿਲੇਗਾ, ਹਰ ਚੀਜ਼ ਮਿੱਟੀ 'ਚ ਮਿਲ ਰਹੀ ਹੈ। ਪਰ ਮਨ ਜਿਹੜਾ ਹੈ, ਇਹ ਸਰੀਰ ਦੀਆਂ ਵਾਸ਼ਨਾਵਾਂ ਕਰਕੇ ਪੈਦਾ ਹੋਇਆ, ਚਾਹਤਾਂ ਕਰਕੇ ਪੈਦਾ ਹੋਇਆ। ਸਰੀਰ ਨੂੰ ਸੁੱਖ ਦੇਣਾ ਹੈ, ਇਸ ਵਾਸ਼ਨਾ ਕਰਕੇ ਪੈਦਾ ਹੋਇਆ, ਵੱਧ ਤੋਂ ਵੱਧ ਸੁੱਖ ਮਿਲੇ। ਕਈ ਸੋਚਦੇ ਹਨ ਸੰਸਾਰਿਕ ਸੁੱਖ ਵੀ ਮਿਲੇ, ਫਿਰ ਧਾਰਮਿਕ ਵੀ ਮਿਲੇ। ਉਹ ਸੁੱਖਾਂ ਕਰਕੇ ਪੈਦਾ ਹੋ ਗਈ, ਤੋ ਸੁੱਖਾਂ ਦੀ ਲਾਲਸਾ, ਉਹ ਚਾਹ, ਤੇ ਫਿਰ ਸੰਸਾਰ ਹੌਲੀ ਹੌਲੀ ਮਿੱਠਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਦੇਖਣ ਨੂੰ ਚੰਗਾ ਲੱਗਦਾ, ਸੁਣਨ ਨੂੰ ਚੰਗਾ ਲੱਗਦਾ, ਆਪਣਿਆਂ ਦੇ ਕੋਲ ਮਜ਼ਾ ਆਉਂਦਾ, ਚੰਗਾ ਲੱਗਦਾ, ਉਹਨਾਂ ਨੂੰ ਛੱਡਣ ਤੋਂ ਡਰਦਾ ਹੈ। ਤੇ ਮਨ ਦੀ ਯਾਤਰਾ ਜਿਹੜੀ ਹੈ ਨਾ, ਇਹ ਬਹੁਤ ਲੰਬੀ ਹੋ ਜਾਂਦੀ ਹੈ। ਤੁਸੀਂ ਬਹੁਤ ਸਮੇਂ ਤੋਂ ਹੋ ਮਨ ਕਰਕੇ ਸੰਸਾਰ ਦੇ ਵਿੱਚ ਭਟਕ ਰਹੇ। ਤੇ ਜਿਹੜੇ ਜਾਣਦੇ ਹਨ ਨਾ, ਉਹ ਕਹਿੰਦੇ ਹਨ ਸਰੀਰ ਦੀ ਯਾਤਰਾ ਤੇ ਪੂਰੀ ਹੋਵੇਗੀ ਜਿੰਨੀ ਲਿਖੀ ਹੈ, ਪ੍ਰਕਿਰਤੀ ਦੇ ਅਨੁਕੂਲ ਹੋਵੇਗੀ, ਪਰ ਮਨ ਦੀ ਯਾਤਰਾ ਤੁਸੀਂ ਹੁਣੇ ਹੀ ਸਮਾਪਤ ਕਰ ਸਕਦੇ ਹੋ। ਖਿਆਲ ਵਿੱਚ ਰੱਖੋ। ਸਤਿਪੁਰਖ ਕਹਿੰਦੇ ਹਨ ਵੀ ਸਰੀਰ ਤੇ ਚੱਲਦਾ ਰਹੇਗਾ, ਜੈਸਾ ਵੀ ਹੈ ਤੁਹਾਡਾ, ਜਿੰਨਾ ਚਿਰ ਵੀ ਚੱਲੇਗਾ। ਜਦੋਂ ਵੀ ਪੂਰੀ ਹੋਵੇਗੀ, ਪਰ ਮਨ ਦੀ ਯਾਤਰਾ ਤੁਸੀਂ ਪੂਰੀ ਕਰ ਸਕਦੇ ਹੋ ਸਰੀਰ ਹੁੰਦਿਆਂ ਹੋਇਆਂ ਵੀ। ਤੇ ਜਦੋਂ ਮਨ ਦੀ ਯਾਤਰਾ ਪੂਰੀ ਹੋ ਗਈ, ਮਨ ਨੇ ਦੇਖ ਲਿਆ ਸੰਸਾਰ ਦੇ ਵਿੱਚ ਕੁਛ ਨਹੀਂ ਹੈ, ਕੋਈ ਤ੍ਰਿਪਤੀ ਨਹੀਂ ਹੈ, ਕੋਈ ਸ਼ਾਂਤੀ ਨਹੀਂ ਹੈ, ਕੋਈ ਟਿਕਾ ਨਹੀਂ ਹੈ। ਜੋ ਕੁਛ ਮਰਜ਼ੀ ਮਿਲ ਜਾਵੇ, ਪਰਿਵਾਰ ਵਧੀਆ ਮਿਲ ਜਾਵੇ ਤਾਂ ਵੀ ਸ਼ਾਂਤੀ ਨਹੀਂ, ਸਕੂਨ ਥੋੜ੍ਹੀ ਹੈ। ਰਿਸ਼ਤੇਦਾਰ ਵਧੀਆ ਮਿਲ ਜਾਣ, ਕੁਛ ਵੀ ਮਿਲ ਜਾ, ਫਿਰ ਮਨ ਜਦੋਂ ਸੰਸਾਰ ਦੇ ਵਿੱਚੋਂ ਨਿਕਲਦਾ ਹੈ, ਹਟਦਾ ਹੈ, ਸੰਸਾਰ ਦੀ ਵਿਚਾਰਧਾਰਾ ਤੋਂ ਜਦੋਂ ਮਨ ਮੁਕਤ ਹੋ ਜਾਂਦਾ ਹੈ, ਤੇ ਯਾਤਰਾ ਪੂਰੀ ਹੋ ਜਾਂਦੀ। ਜਿਵੇਂ ਸੰਸਾਰ ਦੇ ਵਿੱਚ ਸਰੀਰ ਨਹੀਂ ਰਹਿੰਦਾ ਹੈ, ਤੁਸੀਂ ਚੱਲਦੇ ਨਹੀਂ, ਫਿਰਦੇ ਨਹੀਂ, ਉੱਡਦੇ ਨਹੀਂ, ਬਹਿੰਦੇ ਨਹੀਂ, ਸਰੀਰ ਡੈੱਡ ਹੋ ਗਏ, ਸੰਸਾਰ ਦੀ ਯਾਤਰਾ ਪੂਰੀ। ਇੱਦਾਂ ਹੀ ਮਨ ਜਦੋਂ ਡੈੱਡ ਹੋ ਜਾਵੇਗਾ, ਚੱਲੇਗਾ ਨਹੀਂ, ਤੁਰੇਗਾ ਨਹੀਂ, ਫਿਰੇਗਾ ਨਹੀਂ, ਸੰਸਾਰ ਦੇ ਵਿੱਚ ਡੈੱਡ ਹੋ ਗਿਆ ਨਾ। ਜਿਵੇਂ ਸਰੀਰ ਨਹੀਂ ਹੁਣ ਚੱਲਦਾ ਫਿਰਦਾ, ਕਹਿੰਦੇ ਵੀ ਉਹ ਮਰ ਗਿਆ ਭਾਈ, ਚੱਕ ਲੋ ਕਰਕੇ ਤੇ ਫੂਕ ਦਿੰਦੇ। ਇੱਦਾਂ ਹੀ ਮਨ ਜਦੋਂ ਡੈੱਡ ਹੋ ਜਾਵੇਗਾ, ਫਿਰ ਚੱਲੇਗਾ ਫਿਰੇਗਾ ਥੋੜ੍ਹੀ, ਤੈਨੂੰ ਫੂਕਣ ਦੀ ਵੀ ਨਹੀਂ ਲੋੜ ਹੈ, ਕਿਉਂਕਿ ਇਹ ਆਪਣੇ ਆਪ ਹੀ ਫੂਕ ਹੋ ਜਾਂਦਾ, ਮਿਟ ਜਾਂਦਾ, ਕਿਉਂਕਿ ਵਾਸਤਵਿਕ ਨਹੀਂ ਹੈ ਨਾ। ਸਰੀਰ ਨੂੰ ਤੇ ਫਿਰ ਜਲਾਉਣ ਦੀ ਲੋੜ ਪੈਂਦੀ ਹੈ, ਜਾਂ ਕਈ ਦੱਬਦੇ ਹਨ, ਪਰ ਮਨ ਮਿਟ ਜਾਂਦਾ ਹੈ। ਜਿਵੇਂ ਪ੍ਰਕਾਸ਼ ਆ ਜਾਵੇ ਤੇ ਹਨੇਰਾ ਮਿਟ ਜਾਂਦਾ ਹੈ। ਹਨੇਰਾ ਹੈ ਥੋੜ੍ਹੀ, ਪ੍ਰਕਾਸ਼ ਦੇ ਅਭਾਵ
ਦੇ ਵਿੱਚ ਦਿਖਾਈ ਪੈ ਰਿਹਾ ਹੈ ਹਨੇਰਾ। ਜਦੋਂ ਪ੍ਰਕਾਸ਼ ਹੋ ਗਿਆ ਹਨੇਰਾ, ਦੀਵਾ ਬਾਲੇ ਹਨੇਰਾ ਜਾ, ਇੱਦਾਂ ਹੀ ਮਨ ਹੈ। ਤੇ ਮਨ ਦੀ ਜਦੋਂ ਯਾਤਰਾ ਪੂਰੀ ਹੋ ਗਈ ਤੇ ਫਿਰ ਤੇ ਬੇਚੈਨੀ ਹੋਣੀ ਨਹੀਂ ਹੈ, ਕਿਉਂਕਿ ਫਿਰ ਜਾਣ ਲੈਣਾ ਹੈ ਉਹਨੂੰ ਜਿਹੜਾ ਮਰਦਾ ਨਹੀਂ ਹੈ। ਅੰਮ੍ਰਿਤ ਮਿਲ ਜਾਣਾ ਹੈ, ਜਿਹਨੂੰ ਅੰਮ੍ਰਿਤ ਮਿਲ ਜਾਂਦਾ ਉਹਨੂੰ ਬੇਚੈਨੀ ਥੋੜ੍ਹੀ ਹੁੰਦੀ, ਉਹਨੂੰ ਤੇ ਆਨੰਦ ਹੀ ਆਨੰਦ। ਨਾਨਕ ਭਗਤਾਂ ਸਦਾ ਵਿਗਾਸ। ਤੇ ਸੰਸਾਰ ਦੀ ਯਾਤਰਾ ਜਿਹੜੀ ਹੈ ਨਾ, ਉਹ ਸਰੀਰ ਕਰਕੇ ਤੇ ਪੂਰੀ ਹੁੰਦੀ ਰਹੇਗੀ। ਸਰੀਰ ਮੌਤ ਵੱਲ ਜਾ ਰਿਹਾ ਹੈ, ਪਰ ਜਿੰਨੀ ਯਾਤਰਾ ਪੂਰੀ ਹੋਵੇਗੀ ਸੰਸਾਰ ਦੇ ਵਿੱਚ ਸਰੀਰ ਕਰਕੇ, ਤੁਸੀਂ ਮੌਤ ਵੱਲ ਨੂੰ ਜਾਓਗੇ ਉਹਨਾਂ ਹੀ ਡਰੋਗੇ, ਬੇਚੈਨ ਹੋਵੋਗੇ, ਕਿਉਂਕਿ ਸਰੀਰ ਨੂੰ ਹੀ ਤੁਸੀਂ ਆਪਣਾ ਆਪ ਸਮਝ ਰਹੇ ਹੋ, ਸਰੀਰ ਨੂੰ ਹੀ ਜਾਣ ਰਹੇ ਹੋ, ਸਰੀਰ ਦੇ ਨਾਲ ਹੀ ਜੁੜ ਰਹੇ ਹੋ। ਕਿਉਂ ਬਾਹਰ ਮੁਖੀ ਹੋ ਨਾ, ਇਸੇ ਕਾਰਨ ਹੀ ਬਾਹਰੋਂ ਧਿਆਨ ਦੀ ਮੰਗ ਕਰਦੇ ਹੋ। ਮੇਰੇ ਕੋਲੋਂ ਵੀ ਦੇਖੋ, ਧਿਆਨ ਦੀ ਮੰਗ ਹੁੰਦੀ ਹੈ ਵੀ ਸਾਡੇ ਵੱਲ ਧਿਆਨ ਦਿਓ। ਖਿਆਲ ਵਿੱਚ ਰੱਖੋ, ਐਸਾ ਤੁਹਾਨੂੰ ਖਿਆਲ ਵਿੱਚ ਨਹੀਂ ਆ ਸਕਦਾ ਵੀ ਧਿਆਨ ਕੀਤੇ ਤੋਂ ਬਿਨਾਂ ਵੀ ਤੁਸੀਂ ਸਾਰੇ ਹੀ ਧਿਆਨ ਦੇ ਵਿੱਚ ਹੋ। ਤੁਸੀਂ ਕਹੋਗੇ ਐਸਾ ਕਿਵੇਂ ਹੋਵੇਗਾ? ਕਿਉਂਕਿ ਤੁਸੀਂ ਬਾਹਰੋਂ ਜੁੜਦੇ ਹੋ, ਬਾਹਰੋਂ ਕਿਸੇ ਚੀਜ਼ ਦਾ ਧਿਆਨ ਕਰਦੇ ਹੋ, ਜਿਹਦਾ ਵੀ ਧਿਆਨ ਕਰਦੇ ਹੋ ਉਹਦੇ ਬਾਰੇ ਸੋਚਦੇ ਹੋ, ਉਹਦੇ ਨਾਲ ਜੁੜਦੇ ਹੋ। ਤੇ ਦੂਸਰਾ ਵੀ ਸੋਚਦਾ ਹੈ, ਤੁਸੀਂ ਸੋਚ ਰਹੇ ਹੋ ਵੀ ਜਿਸ ਤਰ੍ਹਾਂ ਮੈਂ ਸੋਚਦਾ ਇੱਦਾਂ ਦੂਸਰਾ ਸੋਚਦਾ। ਇਸ ਕਰਕੇ ਪ੍ਰੇਮ ਹੈ, ਧਿਆਨ ਹੈ ਇੱਕ ਦੂਸਰੇ ਦਾ, ਤੇ ਪ੍ਰੇਮ ਹੈ, ਤੁਸੀਂ ਇਉਂ ਸੋਚਦੇ। ਪਰ ਜਿਹੜੇ ਸਤਿਪੁਰਸ਼ ਹਨ ਉਹਨਾਂ ਦਾ ਬਾਹਰੋਂ ਸੰਬੰਧ ਟੁੱਟ ਜਾਂਦਾ ਹੈ ਸਾਰਿਆਂ ਨਾਲ, ਬਾਹਰੋਂ ਕਿਸੇ ਬਾਰੇ ਨਹੀਂ ਸੋਚਦੇ ਹਨ। ਇਹ ਗੱਲ ਖਿਆਲ ਵਿੱਚ ਰੱਖੋ। ਉਹਨਾਂ ਦਾ ਅੰਦਰੋਂ ਸੰਬੰਧ ਜੁੜ ਜਾਂਦਾ ਹੈ। ਤੁਸੀਂ ਸੰਸਾਰ ਦੇ ਵਿੱਚ ਛੁੱਟਣ ਵਾਸਤੇ ਉਹਨਾਂ ਨੂੰ ਬਾਹਰੋਂ ਧਿਆਨ ਵਿੱਚ ਰੱਖੋਗੇ, ਖਿਆਲ ਵਿੱਚ ਰੱਖੋਗੇ, ਤਾਂ ਤੁਹਾਡਾ ਬਾਹਰੋਂ ਛੁਟਕਾਰਾ ਹੋ ਜਾਵੇਗਾ। ਉਹਨਾਂ ਦੇ ਖਿਆਲ ਕਰਕੇ, ਉਹਨਾਂ ਦੇ ਧਿਆਨ ਕਰਕੇ। ਮੈਂ ਕਹਿੰਦਾ ਨਾ ਸਹਾਰਾ, ਇੱਕ ਸਹਾਰਾ, ਇੱਕ ਆਸ। ਵੀ ਉੱਦਾਂ ਛੁੱਟਣੋਂ ਡਰਦੇ ਹੋ ਸੰਸਾਰ ਤੋਂ, ਕੋਈ ਸਹਾਰਾ ਲੈ ਲਿਆ, ਕੋਈ ਆਸਰਾ ਲੈ ਲਿਆ, ਉਹਦੇ ਸਹਾਰੇ ਬਾਹਰੋਂ ਛੁਟਕਾਰਾ ਕਰਨਾ। ਤੇ ਜਦੋਂ ਬਾਹਰੋਂ ਛੁਟਕਾਰਾ ਹੋ ਗਿਆ ਤੇ ਫਿਰ ਤੁਸੀਂ ਆਪਣੇ ਅੰਦਰ ਜਾਓਗੇ ਤੇ ਫਿਰ ਦੇਖੋਗੇ ਵੀ ਬਾਹਰ ਨਹੀਂ ਹੈ ਜਿਹਨੂੰ ਅਸੀਂ ਬਾਹਰ ਦੇਖਦੇ ਸੀ, ਉਹ ਸਾਡੇ ਅੰਦਰ ਹੀ ਹੈ। ਤੁਹਾਡੇ ਹੀ ਆਖਰੀ ਸਰੋਤ ਦੇ ਉੱਤੇ ਉਹ ਸਾਨੂੰ
ਕਹਿ ਰਿਹਾ ਸੀ ਵੀ ਨਿਕਲ ਆਓ, ਉੱਥੇ ਹੀ ਮੁਲਾਕਾਤ ਹੋਵੇ। ਜਦੋਂ ਤੁਸੀਂ ਬਾਹਰੋਂ ਸੰਸਾਰ ਤੋਂ ਛੁੱਟ ਗਏ, ਨਿਰਵਿਚਾਰ ਹੋ ਗਏ, ਜਿਵੇਂ ਇਹ ਬਜ਼ੁਰਗ ਹੋ ਗਏ ਹਨ, ਤੇ ਇਹਨਾਂ ਨੂੰ ਹੌਲੀ ਹੌਲੀ ਖਿਆਲ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ। ਅਗਰ ਇਹ ਇਸ ਢੰਗ ਦੇ ਨਾਲ ਧਿਆਨਪੂਰਕ ਹੁੰਦੇ ਰਹੇ, ਛੁੱਟਦੇ ਰਹੇ ਬਾਹਰੋਂ, ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਜਿਨ੍ਹਾਂ ਨੂੰ ਅਸੀਂ ਬਾਹਰੋਂ ਸੁਣਦੇ ਹਾਂ ਉਹ ਬਾਹਰ ਨਹੀਂ, ਸਾਡੇ ਅੰਦਰ ਹੀ ਹਨ, ਉੱਥੇ ਹੀ ਹਨ, ਅਸੀਂ ਇੱਕ ਹੀ ਹਾਂ। ਏਕਤਾ ਦਾ ਅਨੁਭਵ ਅੰਦਰੋਂ ਹੁੰਦਾ, ਅਤੇ ਅੰਦਰੋਂ ਏਕਤਾ ਦਾ ਅਨੁਭਵ ਹੀ ਪਰਮ ਪ੍ਰੇਮ ਹੈ। ਬਾਹਰੋਂ ਜਿਹੜਾ ਏਕਤਾ ਦਾ ਅਨੁਭਵ ਹੋਣਾ ਹੈ ਸੰਸਾਰੀ ਪ੍ਰੇਮ ਹੈ, ਇੱਕ ਦੂਸਰੇ ਨੂੰ ਯਾਦ ਕਰਨਾ, ਸਰੀਰ ਕਰਕੇ, ਮਨ ਕਰਕੇ ਜੁੜਨਾ। ਜਿਹੜਾ ਅੰਦਰੋਂ ਏਕਤਾ ਦਾ ਅਨੁਭਵ ਹੋ ਜਾਂਦਾ ਹੈ ਨਿਰਵਿਚਾਰ ਦਸ਼ਾ ਦੇ ਵਿੱਚ, ਸੁਣ ਕਹਿ ਲਈਏ, ਤਾਂ ਉਹ ਪ੍ਰੇਮ ਵਾਸਤਵਿਕ ਪ੍ਰੇਮ ਹੈ, ਪਰਮ ਪ੍ਰੇਮ, ਪਰਮਾਤਮਾ ਦਾ ਪ੍ਰੇਮ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ, ਉਹਨੂੰ ਹੀ ਕਿਹਾ ਹੈ, ਉਹਨੂੰ ਹੀ ਕਿਹਾ ਹੈ, ਉਹਨੂੰ ਹੀ ਕਿਹਾ ਹੈ।